को प्रोटेस्ट मानेगा या प्रोटेस्ट को मर्डर मानेगा, आपका ब्रिटिश लॉ। प्योर पंजाबी रियलिस्टिक फिल्म है। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰੇ ਦਰਸ਼ਕਾਂ ਦਾ ਸਾਡੇ ਖਾਸ ਸ਼ੋਅ ਪੀਟੀਸੀ ਸ਼ੋਕੇਸ਼। ਮੈਂ ਹਾਂ ਤੁਹਾਡੇ ਨਾਲ ਤਰਨਜੀਤ ਤੇ ਅੱਜ ਸਾਡੇ ਨਾਲ ਮੌਜੂਦ ਹੈ ਫਿਲਮ ਸਰਦਾਰ ਊਧਮ ਸਿੰਘ ਦੀ ਸਟਾਰ ਕਾਸਟ ਵਿੱਕੀ ਕੌਸ਼ਲ ਜੋ ਹੈ ਮੇਰੇ ਨਾਲ ਤੇ ਨਾਲ ਹੀ ਮੌਜੂਦ ਹੈ ਫਿਲਮ ਸਰਦਾਰ ਊਧਮ ਸਿੰਘ ਦੀ तमाम ਸਟਾਰ ਕਾਸਟ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਕੇਸ਼। ਔਰ ਸਭ ਤੋਂ ਪਹਿਲਾਂ ਮੇਰਾ ਜੋ ਸਵਾਲ ਹੈ ਸਾਡੇ ਡਾਇਰੈਕਟਰ ਸਾਹਿਬ ਸ਼੍ਰੀ ਸਰਕਾਰ ਜੀ ਮੇਰੇ ਨਾਲ ਮੌਜੂਦ ਨੇ, ਮੇਰੇ ਨਾਲ ਵਿੱਕੀ ਕੌਸ਼ਲ ਜੀ ਮੌਜੂਦ ਨੇ ਔਰ ਮੇਰੇ ਨਾਲ ਪ੍ਰੋਡਿਊਸਰ ਡੌਨੀ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਕੰਮ ਕਰਦੀ ਹਾਂ ਕੈਪਟਨ ਆਫ ਦਾ ਸ਼ਿਪ ਨਾਲ ਹੀ ਗੱਲਬਾਤ ਕਰਦੀ ਹਾਂ। ਸੋ ਸ਼ੁਜੀਤ ਜੀ, ਜਿਸ ਤਰੀਕੇ ਦੇ ਨਾਲ ਤੁਹਾਡੀ ਜੋ ਫਿਲਮਾਂ ਹੁੰਦੀਆਂ ਇੱਕਦਮ ਹਟ ਕੇ ਹੁੰਦੀਆਂ, ਮਤਲਬ ਕਿ ਫਿਲਮ ਪੀਕੂ ਦੀ ਗੱਲ ਕੀਤੀ ਜਾਵੇ, ਪਿੰਕ ਦੀ ਗੱਲ ਕੀਤੀ ਜਾਵੇ ਔਰ ਹੁਣ ਸਰਦਾਰ ਊਧਮ ਸਿੰਘ, मतलब ट्रेलर रिलीज़ होया धमाल ही मच गई। मतलब हर कोई एक दूसरे को ये पूछ रहा है ट्रेलर देखा तुसी, ट्रेलर देखा तुसी। आई मीन हर कोई यही कह रहा है। मतलब फिर चाहे विकी कौशल लुक होवे या फिर ट्रेलर दी ऐसी गाल की जाए, जा नहीं पाती तुसी फिल्म। बहुत बहुत धन्यवाद सबका जिन्होंने ऐसा सोचा कि ट्रेलर में बहुत जान है काफ़ी। हाँ जी। आपने जैसे बोला सरदार ऊधम मेरे लिए बहुत बहुत इम्पोर्टेंट एक शख्स रहे हैं। हाँ। मेरे ज़िंदगी में, मेरे पर्सनल ज़िंदगी में, मेरे अंडरस्टैंडिंग में शहीद भगत सिंह बहुत ही इम्पोर्टेंट एक फ्रीडम फाइटर हैं जो जिनको साथ में रोज़ लेके चलता हूँ। बिल्कुल। उनके विचारों को, उनकी आइडियोलॉजीज़ को। जलियांवाला बाग जो कांड हुआ था, बिल्कुल, उसको मैं कभी भी भूल नहीं सकता हूँ, ना मैं उसके लिए किसी को माफ़ कर सकता हूँ। बिल्कुल। तो आई थिंक ये तीन जो कारण हैं जिस वजह से आप इस फिल्म को मैंने बनाया है और मैं चाहता हूँ कि सब इसको इन सारी चीज़ों को, इन तीनों चीज़ों को, इन तीनों इवेंट को सब याद रखें। बिल्कुल बिल्कुल, ये तुसी बहुत अच्छा सोचा है कि इन्हां तीनों इवेंट्स ਨੂੰ याद रखन, क्योंकि जिस तरीके ਦੇ ਨਾਲ ਸਰਦਾਰ ਊਧਮ ਸਿੰਘ जी ਦਾ जिस तरीके ਦੇ ਨਾਲ ਤੁਸੀਂ किरदार पेश किया है वाकई काबिले तारीफ है। और ਊਧਮ ਸਿੰਘ जी ਤੁਹਾਡੇ ਤੋਂ ਸਵਾਲ ਉਰਫ ਵਿੱਕੀ ਕੌਸ਼ਲ ਜੀ, ਕਿਉਂਕਿ ਹੁਣ ਮੈਂ ਊਧਮ ਸਿੰਘ ਇਸ ਲਈ ਬੋਲ ਰਹੀ ਕਿਉਂਕਿ ਤੁਸੀਂ ਕੈਰੈਕਟਰ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਇੰਨਾ ਟਾਲ ਦਿੱਤਾ ਹੈ ਨਾ। ਮਤਲਬ ਸੋਸ਼ਲ ਸਾਈਟ ਤੇ ਤੁਸੀਂ ਜਿਹੜੀ ਪਿਕ ਸ਼ੇਅਰ ਕੀਤੀ ਹੈ ਭਾਈ ਹਰ ਥਾਂ ਛਾਈ ਹੋਈ ਹੈ। ਮੈਂ ਤੁਹਾਨੂੰ ਇੱਕ ਵਾਰ ਪਿਕ ਦਿਖਾ ਦਾਂ, ਤੁਸੀਂ ਮੈਂ ਹੀ ਦਿਖਾ ਦਿੰਦੀ ਇੱਕ ਵਾਰ ਤੁਹਾਨੂੰ। ਮਤਲਬ ਮੈਂ ਉਹੀ ਪਿਕ ਬਾਰ-ਬਾਰ ਦੇਖੀ ਜਾ ਰਹੀ ਔਰ ਮੈਂ ਬਾਹਰ ਬੈਠ ਕੇ ਹੀ ਸੋਚ ਰਹੀ ਸੀ ਕਿ ਇੱਥੋਂ ਮੈਂ ਝਾਂਕ ਕੇ ਵੀ ਦੇਖ ਰਹੀ ਸੀਗੀ ਵਿੱਕੀ ਕੌਸ਼ਲ ਇੱਕਦਮ ਹੂਬਹੂ। ਐਂਡ ਇਹ ਪਿਕ ਸਾਡੇ ਸਾਰੇ ਦਰਸ਼ਕ ਵੀ ਦੇਖ ਰਹੇ ਆ ਔਰ ਅਸੀਂ ਵੀ, ਮੈਂ ਆਪਣੇ ਫੋਨ 'ਚ ਸੇਵ ਕੀਤੀ ਹੋਈ ਹੈ। ਮੈਂ ਇੰਨਾ ਇੰਪ੍ਰੈਸ ਹੋ ਗਈ ਤੁਹਾਡੀ ਇਹ ਪਿਕ ਦੇਖ ਕੇ। ਸੋ आई मीन ये पछाड़ना मुश्किल हो गया है कि ये विकी कौशल ही है, बिकॉज तुसी हूबहू ਊਧਮ ਸਿੰਘ ਲੱਗ ਰਹੇ ਹੋ इस पिक विच ना। मतलब जिस तरीके से इन्होंने अपने कैरेक्टर ਨੂੰ टालिया है ਇਹਦੇ सो हूबहू ਊਧਮ ਸਿੰਘ ਦੀ ਤਰ੍ਹਾਂ लगना, प्लस ਉਹਨਾਂ ਦੀ ਤਰ੍ਹਾਂ ਦੀ एक्टिंग, ਉਹਨਾਂ ਦੇ रोल ਨੂੰ अपनाना, प्लस ਉਹ लहजा अपनाना और प्लस ਉਹ एग्रेशन अपनाना, ਉਹ ਹਿਊਮਰ अपनाना ਕਿੰਨਾ ਚੈਲੰਜਿੰਗ ਸੀ ਵਿਕੀ ਕੌਸ਼ਲ ਦੇ ਲਈ। ਚੈਲੰਜ ਉਹਦੇ ਨਾਲ ਵੀ ਹੁੰਦਾ ਪਿਆ ਸੀ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਕੰਧਿਆਂ ਤੇ ਹੈ। ਬਿਲਕੁਲ। ਕਿ ਇਦਾਂ ਦਾ ਇੱਕ ਕਿਰਦਾਰ ਤੁਸੀਂ ਪਲੇ ਕਰਦੇ ਪਏ ਹੋ ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਇੰਡੀਆ ਦੇ ਫਰੀडम ਲਈ, ਆਪਣੇ ਉਸ ਪੇਨ ਲਈ। ਔਰ ਜਿਹੜਾ ਜਿੱਦਾਂ ਸੁਜੀਤਾ ਨੇ ਕਿਹਾ ਕਿ ਜਿਹੜਾ ਜਲਿਆਂਵਾਲਾ ਬਾਗ ਦਾ ਇੱਕ ਹਾਦਸਾ ਹੋਇਆ ਸੀ, ਉਸ ਜ਼ਮੀਨ ਦੇ ਟੁਕੜੇ ਨੇ ਜਿੰਨਾ ਖੂਨ ਦੇਖਿਆ ਸੀ ਉਸ ਦਿਨ, ਉਹਦਾ ਇੱਕ ਬਦਲਾ ਲੈਣ ਲਈ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਉਹਨਾਂ ਨੂੰ ਪਤਾ ਸੀਗਾ ਉਹਨਾਂ ਨੂੰ ਫਾਂਸੀ ਹੋਊਗੀ, ਤਾਂ ਵੀ ਉਹ ਉਸ ਰਸਤੇ ਤੋਂ ਅੜੇ ਨਹੀਂ, ਹਿੱਲੇ ਨਹੀਂ, ਤਾਂ ਉੱਥੇ ਅੜੇ ਰਹੇ। ਤੇ ਇੱਦਾਂ ਦਾ ਕੈਰੈਕਟਰ ਪਲੇ ਕਰਨ ਲਈ ਕਾਫੀ ਚੈਲੰਜਿੰਗ ਹੋ ਜਾਂਦਾ। ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਫਿਜ਼ੀਕਲ ਫਾਰਮ 'ਚ, ਉੱਦਾਂ ਦਾ ਦਿਖਣ ਲਈ ਕਿ ਕੱਲ੍ਹ ਨੂੰ ਜਦੋਂ ਸਰਦਾਰ ਊਧਮ, ਭਾਵੇਂ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਕਿ ਜਦੋਂ ਵੀ ਤੁਸੀਂ ਬਾਇਓਪਿਕ ਕਰੋ ਤਾਂ ਪਹਿਲਾਂ ਇਹੀ ਹੁੰਦਾ ਕਿ ਚਾਹੇ ਟ੍ਰੇਲਰ ਆਵੇ, ਟੀਜ਼ਰ ਆਵੇ, ਪਹਿਲਾਂ ਲੋਕਾਂ ਨੇ ਗੂਗਲ ਕਰ ਲੈਣਾ ਕਿ ਅੱਛਾ ਯਾਰ ਇਹ ਬੰਦਾ ਕੌਣ ਸੀਗਾ। ਤੇ ਜੇ ਗੂਗਲ ਤੇ ਜਾ ਕੇ ਜਿਹੜੀ ਫੋਟੋ ਉਹਨਾਂ ਨੂੰ ਦਿਖੇ, ਉਹ ਫੋਟੋ ਜੇ ਉੱਥੋਂ ਕਿੰਨੀ ਸਿਮਿਲਰ ਆ, ਕਿੰਨਾ ਸੇਮ ਕੀਤਾ, ਤਾਂ ਉਹਦੇ ਨਾਲ ਹੀ ਉਹਨਾਂ ਦੀ ਪਹਿਲੀ ਕਿਊਰੀਓਸਿਟੀ ਵੱਧ ਜਾਂਦੀ ਕਿ ਹਾਂ ਯਾਰ ਇਹਨਾਂ ਨੇ ਮਿਹਨਤ ਕੀਤੀ ਆ, ਇਹਨਾਂ ਨੇ ਉਹਨਾਂ ਨੂੰ ਸੱਚਾ ਰੱਖਿਆ। ਤਾਂ ਇਹ ਬੜਾ ਜ਼ਰੂਰੀ ਸੀਗਾ ਕਿ ਆਪਾਂ ਅਪੀਅਰੈਂਸ ਨੂੰ ਪਹਿਲਾਂ ਕਰੈਕ ਕਰ ਲਈਏ, ਅਪੀਅਰੈਂਸ ਤੋਂ ਲੋਕਾਂ ਨੂੰ ਬਿਲੀਵੇਬਲ ਬਣਾ ਦਈਏ ਇਹਨੂੰ ਕਿ ਨਾ ਲੋਕੀ ਐਕਸਾਈਟ ਹੋ ਜਾਣ। ਤੇ ਉਹਦੇ ਤੇ ਆਫ ਕੋਰਸ देयर वाज अ टीम ऑफ ग्रेट मेकअप आर्टिस्ट, कॉस्ट्यूम डिज़ाइनर्स, एवरीबडी हु केम टुगेदर, उन्होंने ये अचीव किया। उस तो इलावा सीगा कि उन्होंने सरदार ਊਧਮ ਸਿੰਘ जी ਦੀ ਕਹਾਣੀ ਦੇ ਵਿੱਚ ਉਹ ਕਿਹੜੀ ਚੀਜ਼ਾਂ ਤੋਂ ਗੁਜ਼ਰੇ ਆ, ਉਹਨਾਂ ਦੇ ਲਈ ਇੱਕ ਆਜ਼ਾਦ ਦੇਸ਼ ਦਾ ਮਤਲਬ ਕੀ ਸੀਗਾ, ਉਹ ਕਿੰਨੇ ਜਲਿਆਂਵਾਲਾ ਬਾਗ ਦੇ ਨਾਲ ਕਿੰਨੇ ਉਹ ਅਫੈਕਟਡ ਸੀਗੇ, ਉਸ ਫੀਲਿੰਗ ਨੂੰ 21 ਸਾਲ ਤੱਕ ਉਹਨਾਂ ਨੇ ਕਿੱਦਾਂ ਆਪਣੇ ਦਿਲ 'ਚ ਜਿੰਦਾ ਰੱਖਿਆ। ਉਹ ਅਸੀਂ ਟ੍ਰੇਲਰ 'ਚ ਸਾਫ਼ ਤੌਰ ਤੇ ਦੇਖ ਰਹੇ ਹਾਂ, ਤੁਸੀਂ ਦਿਖਾ ਰਹੇ ਹੋ ਸਾਡੇ ਦਰਸ਼ਕਾਂ ਨੂੰ, ਉਹ ਫੀਲ ਲੈ ਕੇ ਆ ਰਹੇ ਹੋ ਤੁਸੀਂ। ਹਾਂਜੀ ਬਿਲਕੁਲ। ਸੁਜੀਤ ਸਾਹਿਬ, ਮੈਂ ਤੁਹਾਨੂੰ ਇੱਥੇ ਇੱਕ ਸਵਾਲ ਪੁੱਛਣਾ ਚਾਹਾਂਗੀ। ਲੋਕਾਂ ਦੇ ਜ਼ਿਹਨ 'ਚ ਨਾ, ਮਤਲਬ ਤੁਹਾਡੇ ਤਿੰਨਾਂ ਤੋਂ ਇਹ ਸਵਾਲ ਹੈ, ਕਿਤੇ ਨਾ ਕਿਤੇ ਕਈਆਂ ਨੂੰ ਇਹ ਲੱਗਦਾ ਹੈ ਕਿ
ਸਰਦਾਰ ਉਦਮ ਸਿੰਘ ਨੇ ਜਨਰਲ ਡਾਇਰ ਨੂੰ ਮਾਰਿਆ ਸੀ, ਲੇਕਿਨ ਐਕਚੁਅਲੀ ਮਾਈਕਲ ਡਾਇਰ ਨੂੰ ਮਾਰਿਆ ਸੀ। ਹਾਂਜੀ। ਇਹ ਕੀ ਫਿਲਮ 'ਚ ਕਲੀਅਰ ਹੋ ਜਾਏਗਾ ਨਾ ਸਭ ਨੂੰ, ਕਿਉਂਕਿ ਸਭ ਇਹ ਇसी ਤੇ ਕਨਫਲਿਕਟ ਚੱਲਦਾ ਰਹਿੰਦਾ है। सही है कि ये कंफ्यूजन है एक। एग्जैक्टली। या कि जनरल डायर को मारा है या फिर गवर्नर डॉयर को मारा, दोनों ही डायर और डॉयर सिमिलर है। एग्जैक्टली। तो मैं चाहता हूँ कि विकी थोड़ा पंजाबी में समझा देगा तो लोगों को ज़रा अच्छा समझ में बिल्कुल आएगा। विकी जी अगला सवाल। ਦੇਖੋ ਦੋ ਇਨਸਾਨ ਸੀਗੇ, ਇੱਕ ਜਦੋਂ 1919 ਚ ਜਲਿਆਂਵਾਲਾ ਬਾਗ ਹੋਇਆ ਉਸ ਵੇਲੇ ਜਿਹੜੇ ਲੈਫਟੀਨੈਂਟ ਗਵਰਨਰ ਪੰਜਾਬ ਦੇ ਸੀਗੇ ਉਹ ਸੀਗੇ ਮਾਈਕਲ ਓਡੋਇਰ, ਸਰ ਮਾਈਕਲ ਓਡੋਇਰ। ਉਹਨਾਂ ਨੇ ਜਨਰਲ ਰੈਜੀਨਲ ਡਾਇਰ ਜਿਹੜੇ ਆਰਮੀ ਤੋਂ ਸੀਗੇ ਉਹਨਾਂ ਨੂੰ ਲਾਹੌਰ ਤੋਂ ਸੱਦਿਆ ਸੀ ਅੰਮ੍ਰਿਤਸਰ 'ਚ ਇਹ ਮੈਸੇਕਰ ਕਰਾਉਣ। ਰਾਈਟ। ਤੇ ਜਿਹੜੇ ਬਾਗ 'ਚ ਖੜੇ ਹੋ ਕੇ ਜਿਨ੍ਹਾਂ ਨੇ ਫੌਜੀਆਂ ਨੂੰ ਫਾਇਰ ਦਾ ਇਨਸਟਰਕਸ਼ਨ ਦਿੱਤਾ ਸੀ ਕਿ ਤੁਸੀਂ ਗੋਲੀਆਂ ਚਲਾਓ, ਉਹ ਸੀਗੇ ਡਾਇਰ, ਰੈਜੀਨਲ ਡਾਇਰ। ਰਾਈਟ। ਉਹਨਾਂ ਦੀ ਮੌਤ ਹੋਈ 1927 ਚ ਵਿਦ ਅ ਹਾਰਟ ਸਟ੍ਰੋਕ, ਨੈਚੁਰਲ ਕਾਰਨ ਕਰਕੇ ਉਹ 1927 ਚ ਹੀ ਪੂਰੇ ਹੋ ਗਏ ਸੀ। ਸਰਦਾਰ ਉਦਮ ਸਿੰਘ ਜੀ ਨੇ ਲੰਡਨ ਜਾ ਕੇ ਜਿਨ੍ਹਾਂ ਨੂੰ ਮਾਰਿਆ ਸੀਗੇ ਉਹ ਸੀਗੇ ਗਵਰਨਰ ਡਾਇਰ, ਜਿਨ੍ਹਾਂ ਨੇ ਡਾਇਰ ਨੂੰ ਇਨਸਟਰਕਸ਼ਨ ਦਿੱਤੇ ਸੀ। ਓਕੇ। ਡਾਇਰ ਸਿਰਫ ਬੰਦੂਕ ਸੀਗੀ, ਚਲਾਉਣ ਵਾਲੇ ਡਾਇਰ ਸੀਗੇ। ਓਕੇ। ਤਾਂ ਉਹ ਡਾਇਰ ਜਿਨ੍ਹਾਂ ਨੇ ਇਹ ਆਰਡਰ ਦਿੱਤਾ ਸੀ ਕਿ ਤੁਸੀਂ ਉੱਥੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਓ, ਉਹ ਡਾਇਰ ਸੀਗੇ। ਉਹਨਾਂ ਨੂੰ ਡਾਇਰ ਨੂੰ ਜਾ ਕੇ ਲੰਡਨ ਜਾ ਕੇ ਕੈਕਸਟਨ ਹਾਲ 'ਚ ਗੋਲੀ ਮਾਰੀ ਸੀ ਸਰਦਾਰ ਉਦਮ ਸਿੰਘ ਜੀ ਨੇ। ओके, सो आई होप कि जो मेरे दर्शक इस वक्त देख रहे हैं वो समझ गए होंगे। कंफ्यूजन जो है सारा हाँ क्लियर जी, हो नाम गया। बड़े सिमिलर है ना, ਤਾਂ ਨਾਮ ਕਰਕੇ ਸਿਮਿਲਰ ਹੈ ਤੇ ਕਾਫੀ ਕਨਫਿਊਜ਼ਨ ਵੀ ਹੈ। ਤੇ ਹੁਣ ਪ੍ਰੋਡਿਊਸਰ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਰੋਨੀ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਇਸ ਫਿਲਮ 'ਚ ਕਾਫੀ ਪੈਸਾ ਲਗਾਇਆ ਔਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਸਭ ਤੋਂ ਮਹਿੰਗੀ ਬਾਇਓਪਿਕ ਫਿਲਮ ਹੋਣ ਵਾਲੀ ਹੈ, ਕਿਹਾ ਜਾ ਰਿਹਾ ਹੈ ਹੁਣ ਤੱਕ ਦੀ। ਸੋ ਕਿੰਨਾ ਵੱਡਾ ਤੁਸੀਂ ਕਹਿ ਸਕਦੇ ਹੋ ਚੈਲੰਜਿੰਗ ਸੀ ਤੁਹਾਡੇ ਲਈ ਇਸ ਫਿਲਮ ਤੇ, ਕਿਉਂਕਿ ਬਾਇਓਪਿਕ ਤੇ ਇਸ ਤਰੀਕੇ ਦੇ ਨਾਲ ਇੱਕ ਥੋੜਾ ਜਿਹਾ ਕਿਤੇ ਨਾ ਕਿਤੇ ਰਿਸਕ ਹੁੰਦਾ, ਰਾਈਟ? सबसे बड़ी बात हमारे लिए सबसे बड़ी फिल्म है, बट मेरे ख्याल से इंडस्ट्री के हिसाब से बहुत ही इट्स नॉट वेरी एक्सपेंसिव। राइट। एक्सपेंसिव इज़ फ्रॉम द पॉइंट ऑफ व्यू दैट हमने मेंटली बहुत अपने आप को इसमें चैलेंज करके, कि कभी कभार होता है कि आपको हमें हर चीज़ पैसे से नहीं बनती है। राइट। ये फिल्म पैशन से बनी है, हमारे ब्रेन्स को यूज़ करके, कि ये जो लुक है, क्योंकि जैसे सुजिता ने अभी बताया था कि ये जो स्टोरी हम लोग चाहते हैं पूरी दुनिया देखे, सो वो बिलीवेबल फैक्टर, क्योंकि आज अगर आप यहाँ पर बैठ के नार्कोस देखते हैं, ये देखते हैं, आप एक कोलंबिया की कहानियाँ बैठ के देख रहे हैं, बिल्कुल, दिल्ली में, पंजाब में, बंगाल में, तो हम लोग इस तरीके की फिल्म बनाना चाहते थे कि कल वर्ल्ड वाइड लोग देखें हमारी ये फिल्म। बिल्कुल। मेनली इस रीज़न से कि इतने सालों से आप अगर सेकेंड वर्ल्ड वॉर की फिल्में देखते हैं, राइट, हमेशा लोग फिल्म बनाते हैं जूस को कैसे ट्रीट किया गया था, कंसंट्रेशन कैंप, सो दैट वाज आल्सो अनदर फॉर्म ऑफ इम्पीरियलिज्म, नाज़ीज। बिल्कुल। जो जलियांवाला बाग में ब्रिटिश ने किया था वो उससे कोई कम नहीं था, उससे ज़्यादा दर्दनाक था, बट वो उन्होंने अच्छा पीआर किया था, तो कभी एक दुनिया के नज़रों में आई ही नहीं ये बात। सही बात। हम चाहते हैं कि दुनिया में इवन ब्रिटिशर्स जिन्होंने हमारे साथ काम भी किया है, और कुछ मेरे दोस्तों ने, वो खुद बोलते हैं कि ये हमारी हिस्ट्री है जिससे हम खुद खुश नहीं है, बट है हमारी हिस्ट्री, एंड दे वांट टू सी द फिल्म, दे वांट टू सी। बट अगर हम इसको शॉर्टी तरीके से बनाते, इसमें हमारे जो बॉलीवुड वाले चीज़ करते, तो वो बोलते यार ये फिल्म सीरियस है, नहीं, निकल जाओ, ये सीरियस मुद्दा है, और उसी तरीके से इसको बनाना। ਬਿਲਕੁਲ। ਤੁਸੀਂ ਇਹ ਜੋ ਗੱਲ ਕਹੀ ਸ਼ੁਜੀ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਵੀ ਕਿ ਤੁਹਾਡੇ ਤੋਂ ਜਿਸ ਤਰੀਕੇ ਦੇ ਨਾਲ ਹੁਣ ਮੈਲੋ ਡਰਾਮਾ ਹੁੰਦਾ ਹੈ ਨਾ, ਜਿੱਦਾਂ ਇਹਨਾਂ ਨੇ ਕਿਹਾ ਕਿ ਬਾਲੀਵੁੱਡ ਫਿਲਮ ਦੇ ਤਰ੍ਹਾਂ ਨਾ ਬਣਾਉਂਦੇ, ਮੈਲੋ ਡਰਾਮਾ ਹੁੰਦਾ, ਸੌਂਗਸ ਹੁੰਦਾ, ਹੀਰੋ ਹੀਰੋਇਨ, ਇਹ ਸਭ ਜਦ ਤੱਕ ਨਾ ਹੋਏ ਕਹਿੰਦੇ ਫਿਲਮ ਪੂਰੀ ਨਹੀਂ ਹੋਈ ਬਾਲੀਵੁੱਡ ਦੀ। ਟ੍ਰੇਲਰ ਅਸੀਂ ਦੇਖ ਰਹੇ ਹਾਂ, ਕਿਤੇ ਸਾਨੂੰ ਕੁਝ ਇਸ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ ਕੋਈ ਸੌਂਗ ਵਗੈਰਾ, ਹੈ ਨਾ, ਤੇ ਸਿੰਪਲੀ ਜੋ ਸਟੋਰੀ ਦਾ ਆਈ ਮੀਨ ਟ੍ਰੇਲਰ ਦੇਖ ਕੇ ਹੀ, ਫਿਲਮ ਦਾ ਟ੍ਰੇਲਰ ਦੇਖ ਕੇ ਹਰ ਕੋਈ ਮਤਲਬ ਇੱਦਾਂ ਦੰਗ ਹੈ ਔਰ मतलब वेट कर रहा है छेती ना तरीक आए और असी फटाफट Amazon प्राइम ਤੇ देखिए। सो किते ना किते इस दे ਲਈ ਵੀ स्पेस है, आई मीन ट्रेलर 'ਚ ਤਾਂ नहीं दिख रही स्पेस सॉन्ग या मेलोड्रामा, बट इज इट देयर इन द फिल्म? पहला चीज़ तो बता दूं कि हिंदी फिल्म बॉलीवुड फिल्म नहीं हैगा। वाओ, ਤੁਸੀਂ ਪੰਜਾਬੀ ਬੋਲੇ, आई एम सो हैप्पी फॉर दिस। ਇਹ ਪਿਓਰ ਪੰਜਾਬੀ ਰੀਅਲਿਸਟਿਕ ਫਿਲਮ ਹੈਗਾ। ਬਿਲਕੁਲ, ਤੁਸੀਂ ਪੰਜਾਬੀ ਬੋਲੋ, ਰਾਈਟ? बहुत लंबी इंटरव्यू आई हो एम फीलिंग सो गुड। ओके। तो बिल्कुल सही है कि हम इसको उस तरह से बॉलीवुड हेवी डायलॉग बाजी करके हम इसको फिल्म को खोना नहीं चाहते थे, बिल्कुल, कैरेक्टर को नहीं खोना चाहते थे। ट्रू। ठीक है, उससे कैरेक्टर खो जाता है, True. फिर वो कभी भी याद नहीं रहता है। एग्जैक्टली। हमने वो भगत सिंह को, जैसे शहीद भगत सिंह फिल्में बनी हैं, हम मुझे लगता है शहीद भगत सिंह
पूरे वर्ल्ड को मालूम होना चाहिए। बिल्कुल लेकिन अब हम बस उतना ही जानते हैं जितना है, बिल्कुल वो हमारी ही गलती है, एग्जैक्टली बॉलीवुड की ही गलती है कि हमने जिस तरह से उनको पेश किया है। बिल्कुल हमको बहुत बहुत बड़े और ऊंचे तरीके से पेश करना चाहिए था, दूर तक लेके जाना ਇਹ चाहिए ਗੱਲ ਤੁਸੀਂ ਬਿਲਕੁਲ ਕਹੀ ਕਿ ਸਹੀ ਕਹੀ ਕਿ ਜਿਵੇਂ ਹੋਰ ਬਾਕੀ ਕ੍ਰਾਂਤੀਕਾਰੀ ਸੀ ਉਹਨਾਂ ਤੇ ਫਿਲਮਾਂ ਬਣੀਆਂ ਲੋਕ ਜਾਣਦੇ ਵੀ ਹੈ, ਲੇਕਿਨ ਸਰਦਾਰ ਉਦਮ ਸਿੰਘ ਦੀ ਜੋ ਸੈਕਰੀਫਾਈਸ ਹੈ ਉਸ ਨੂੰ ਮੈਕਸਿਮਮ ਲੋਕ ਇੰਨੇ ਹੱਦ ਤੱਕ ਨਹੀਂ ਜਾਣਦੇ, ਜਿਵੇਂ ਕਿ ਕਈਆਂ ਨੂੰ ਇਹ ਨਹੀਂ ਪਤਾ ਕਿ ਕਿਹਨੂੰ ਮਾਰਿਆ ਸੀ ਉਹਨਾਂ ਨੇ, ਜਿਵੇਂ ਮੈਂ ਤੁਹਾਨੂੰ ਕਈਆਂ ਨੂੰ ਤਾਂ ਨਾਂ ਨਹੀਂ ਪਤਾ, ਨਾਮ ਨਹੀਂ ਉਹਨਾਂ ਨੂੰ ਪਤਾ, ਪਤਾ ਨਹੀਂ ਕਿ exactly। ਸਰਦਾਰ ਉਦਮ ਹੈ ਕੌਣ। विकी कौशल जी अगला सवाल मेरा यही हैगा, उरी हो जाए मसान तो ਤੁਸੀਂ ਦੱਸ ਹੀ ਦਿੱਤਾ ਕਿ ਤੁਹਾਡੀ ਐਕਟਿੰਗ ਜਿਹੜੀ ਹੈ ਉਹ ਅਲੱਗ ਸਕੂਲ ਆਫ ਥਾਟ ਹੈ, ਰਾਈਟ ਕਿ ਤੁਸੀਂ ਅਲੱਗ ਸਕੂਲ ਆਫ ਥਾਟ ਜੋ ਹੈ ਬਣਾਉਣ ਵਾਲੇ ਹੋ ਅੱਗੇ ਜਾ ਕੇ, ਔਰ ਛਾ ਜਾਣ ਵਾਲੇ ਹੋ ਮਸਾਨ ਤੋਂ ਹੀ ਤੁਸੀਂ ਸਾਬਿਤ ਕਰਤਾ ਸੀ, ਉਸ ਤੋਂ ਬਾਅਦ ਉਰੀ ਨੇ ਹੋਰ ਸਾਬਿਤ ਕਰਤਾ, ਹੁਣ ਸਰਦਾਰ ਉਦਮ ਸਿੰਘ ਦਾ ਟ੍ਰੇਲਰ ਹੀ ਸਾਬਿਤ ਕਰ ਰਿਹਾ ਹੈ, ਤੇ ਹੁਣ ਤੁਸੀਂ ਕੀ ਕਰਕੇ ਮੰਨੋਗੇ? ਆਈ ਮੀਨ ਟੂ ਸੇ ਇੰਨੇ ਚੈਲੰਜਿੰਗ ਰੋਲ ਤੁਸੀਂ ਐਕਸੈਪਟ ਕਰ ਕਿਵੇਂ ਲੈਂਦੇ ਹੋ? ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਮੈਂ ਇਸ ਨਾਲ ਪੂਰਾ ਆਈ ਮੀਨ ਜਸਟਿਸ ਪੂਰੇ ਕੌਨਫੀਡੈਂਟ ਹੁੰਦੇ ਹੋ ਕਿ ਮੈਂ ਜਸਟਿਸ ਕਰ ਦੂੰਗਾ? ਨਹੀਂ ਨਹੀਂ, ਕਦੀ ਵੀ ਕੌਨਫੀਡੈਂਟ ਨਹੀਂ ਹੁੰਨਾ ਮੈਂ ਐਕਚੁਅਲੀ ਮੈਂ ਕਾਫੀ ਆਈ ਬੀਨ ਬlesed ਕਿ ਮੈਨੂੰ ਉੱਦਾਂ ਦੇ ਡਾਇਰੈਕਟਰ ਮਿਲੇ ਜਿਨ੍ਹਾਂ ਦੇ ਨਾਲ ਕੋਲੈਬੋਰੇਟ ਕਰਕੇ ਮੇਰਾ ਬੈਸਟ ਵਰਜ਼ਨ ਬਾਹਰ ਨਿਕਲ ਪਾਇਆ। ਵਾਓ। ਤੇ ਐਕਟਰ ਕੱਲਾ ਕੁਝ ਨਹੀਂ ਕਰਦਾ, ਉਹ ਫਿਲਮਾਂ ਐਕਟਰ ਨੂੰ ਬਣਾਉਂਦੀ ਹੈ, ਐਕਟਰ ਫਿਲਮ ਨੂੰ ਨਹੀਂ ਬਣਾਉਂਦੀ। ਇਟਸ ਅ ਡਾਇਰੈਕਟਰਸ ਮੀਡੀਅਮ ਐਂਡ ਲਾਈਕ ਯੂ ਸੈਡ ਦੀ ਐਗਜ਼ਾਮਪਲਸ ਯੂ ਮੈਂਸ਼ਨਡ, ਉਹ ਕਹਾਣੀ ਉੱਦਾਂ ਦੀ ਸੀਗੀ, ਉਹ ਡਾਇਰੈਕਟਰ ਉੱਦਾਂ ਦੇ ਸੀਗੇ ਜਿਸ 'ਚ ਮੇਰਾ ਕੰਮ ਨਿਖਰ ਕੇ ਆਇਆ। ਤੇ ਮੇਰੀ ਅੱਗੇ ਵੀ ਇਹੀ ਕੋਸ਼ਿਸ਼ ਰਹੂਗੀ ਕਿ ਇਦਾਂ ਦੀ ਕਹਾਣੀਆਂ ਦਾ ਹਿੱਸਾ ਬਣਾ, ਇਦਾਂ ਦੇ ਫਿਲਮ ਮੇਕਰਾਂ ਨਾਲ ਕੰਮ ਕਰਾਂ ਜਿੱਥੇ ਮੇਰੀ ਐਕਟਿੰਗ ਹੋਰ ਉੱਭਰ ਕੇ ਆਵੇ ਤੇ ਮੈਂ ਵੀ ਕੁਝ ਸਿੱਖ ਪਾਵਾਂ। ਤੇ ਮੈਂ ਮਤਲਬ ਆਈ ਬੀਨ ਵੈਰੀ ਵੈਰੀ ਫੋਰਚੂਨੇਟ ਕਿ ਮੈਨੂੰ ਇਦਾਂ ਦੀ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਸੋ ਸਵੀਟ ਆਫ ਯੂ ਵਿਕੀ ਜੀ। ਐਂਡ ਡਾਇਰੈਕਟਰ ਸਾਹਿਬ ਸ਼ੁਜੀਤ ਸਾਹਿਬ ਜੀ, ਤੁਹਾਡੇ ਤੋਂ ਇੱਕ ਸਵਾਲ ਮੇਰਾ ਹੈਗਾ, ਇਰਫਾਨ ਖਾਨ ਸਾਹਿਬ ਕਰਨ ਵਾਲੇ ਸੀ ਇਹ ਕਿਰਦਾਰ ਹੈ ਨਾ, ਉਸ ਤੋਂ ਬਾਅਦ ਸਿੰਸ ਚੁੱਕਿ ਉਹ ਸਹੀ ਨਹੀਂ ਸੀਗੇ ਤਾਂ ਫਿਰ ਉਹਨਾਂ ਦੀ ਤਬੀਅਤ ਵਿਗੜ ਗਈ ਸੀ, ਤੇ ਵਿਕੀ ਕੌਸ਼ਲ ਸਾਹਿਬ, ਇਫ ਇਨ ਕੇਸ ਵਿਕੀ ਕੌਸ਼ਲ ਜੀ ਡੋਂਟ ਮਾਈਂਡ ਇਟ, ਅਗਰ ਤੁਸੀਂ ਇਸ ਫਿਲਮ ਨੂੰ ਰਿਜੈਕਟ ਕਰ ਦਿੰਦੇ, ਮੰਨ ਲਓ ਜੀ ਕਹਿੰਦੇ ਯਾਰ ਮੈਂ ਪਤਾ ਨਹੀਂ ਨਹੀਂ ਰਿਜੈਕਟ ਤਾਂ ਨਹੀਂ, ਇਫ ਇਨ ਕੇਸ ਵਿਕੀ ਕੌਸ਼ਲ ਦਾ ਖਿਆਲ ਨਹੀਂ ਆਉਂਦਾ ਕਿਉਂਕਿ ਮੇਰੇ ਤੱਕ ਆਇਆ ਤਾਂ ਉਹ ਤਾਂ ਮੈਂ ਛੱਡਣੀ ਨਹੀਂ ਸੀ। ਅੱਛਾ, ਇੱਦਾਂ ਦਾ ਕੋਈ ਪਹਿਲੇ ਕੇਸ ਕਹਿੰਦੇ ਹੀ ਮੈਂ ਨਹੀਂ ਛੱਡਣੀ ਨਹੀਂ ਸੀ, ਤੇ ਵਿਕੀ ਕੌਸ਼ਲ ਨਹੀਂ ਤੇ ਫਿਰ ਕੌਣ? फिर मैं खुद ही होता। That's cool. That's really cool. Seriously, हाँ, ਉਹ ਮੈਂ ਦੇਖ ਸਕਦੀ ਹਾਂ ਜੋ ਜਜ਼ਬਾ ਜੋ ਤੁਹਾਡੇ ਅੰਦਰ ਦਿਖ ਰਿਹਾ ਹੈ ਨਾ, ਜੋ ਕ੍ਰਾਂਤੀਕਾਰੀ ਵਾਲਾ ਜੋ ਜਜ਼ਬਾ ਮੈਂ ਤੁਹਾਡੇ ਅੰਦਰ ਦੇਖ ਸਕਦੀ ਹਾਂ ਨਾ। ਸੋ ਅਸੀਂ ਇਸ ਵਕਤ ਦੇਖ ਰਹੇ ਹੁੰਦੇ ਜੋ ਫੋਟੋ ਮੈਂ ਵਿਕੀ ਕੌਸ਼ਲ ਜੀ ਦਿਖਾਈ ਹੈ ਉਹ ਮੈਂ ਤੁਹਾਨੂੰ ਹੀ ਦਿਖਾ ਰਹੀ ਹੁੰਦੀ। ਇਹਨਾਂ ਨੇ ਬਹੁਤ ਅੱਛਾ ਕਰਨਾ ਸੀ। ਅਰੇ ਇਹਨਾਂ ਦੇ ਇੱਕ ਕਹਾਣੀ, ਇੱਕ ਮੈਂ ਸੀਰੀਅਸਲੀ ਕਹੂੰਗਾ ਕਿ ਇਹ ਕਹਾਣੀ ਇਹਨਾਂ ਦੇ ਬਿਲਕੁਲ ਅੰਦਰੋਂ ਨਿਕਲੀ ਹੈ। ਬਿਲਕੁਲ ਇਹ ਗੱਲ ਜਿਹੜੀ ਹੈ ਜਿਹੜੀ ਕਹਿਣਾ ਚਾਹੁੰਦੇ ਹੋ ਬਹੁਤ ਅੰਦਰੋਂ ਨਿਕਲੀ ਹੈ, ਬਹੁਤ ਨਿੱਜੀ ਕਹਾਣੀ ਹੈ। ਉਸ ਦਾ ਅੰਦਾਜ਼ਾ ਮੈਂ ਲਗਾ ਸਕਦੀ ਹਾਂ ਕਿਉਂਕਿ ਇਹਨਾਂ ਨੇ ਪੰਜਾਬੀ ਬੋਲਣੀ ਸ਼ੁਰੂ ਕਰਤੀ ਹੈ। ਹਾਂਜੀ, ਇੰਟਰਵਿਊ ਦੇ ਵਿੱਚ ਹੀ ਪੰਜਾਬੀ ਸ਼ੁਰੂ ਕਰਤੀ ਹੈ ਨਾ। ਰੀਲੀ ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਪੰਜਾਬੀ ਬੋਲ ਰਹੇ ਹੋ, ਰਾਈਟ। ਸੋ ਫਿਲਮ ਦੀ ਅਸੀਂ ਗੱਲ ਕਰੀਏ ਤਾਂ ਫਿਲਮ ਨੂੰ ਤੁਸੀਂ ਨਾ ਇੱਕ ਤਰੀਕੇ ਦੇ ਨਾਲ ਪੂਰੀ ਡਿਟੇਲਿੰਗ ਕੀਤੀ ਗਈ ਹੈ, ਚਾਹੇ ਸੈਟਸ ਦੀ ਗੱਲ ਕੀਤੀ ਜਾਏ, ਵਿਕੀ ਕੌਸ਼ਲ ਤੇ ਲੁੱਕ ਦੀ ਗੱਲ ਕੀਤੀ ਜਾਏ, ਹੈ ਨਾ। ਸੋ 1930s ਦਾ ਪੂਰਾ ਸੈਟ ਵੀ ਕ੍ਰੀਏਟ ਕੀਤਾ ਗਿਆ ਹੈ, ਇੰਟਰਨੈਸ਼ਨਲ ਲੋਕੇਸ਼ਨਸ ਤੇ ਸ਼ੂਟ ਵੀ ਕੀਤਾ ਗਿਆ ਹੈ। ਕਿਵੇਂ ਦਾ ਐਕਸਪੀਰੀਅੰਸ ਰਿਹਾ? ਕਿ ਕੁਝ ਅੱਛਾ ਐਕਸਪੀਰੀਅੰਸ ਸੀਗਾ, ਐਲੈਬੋਰੇਟ ਐਕਸਪੀਰੀਅੰਸ ਸੀਗਾ। ਨਾਲੇ ਕਈ ਵਾਰੀ ਕੀ ਹੁੰਦਾ ਸੀ ਕਿ ਜਿਹੜੇ ਇਹ ਤੁਸੀਂ ਲੋਕੇਸ਼ਨ ਮੈਂਸ਼ਨ ਕੀਤੇ, ਆਪਾਂ ਯੂਰਪ ਜਾ ਕੇ ਸ਼ੂਟਿੰਗ ਕੀਤੀ, ਰਸ਼ੀਆ ਜਾ ਕੇ ਸ਼ੂਟਿੰਗ ਕੀਤੀ, ਉੱਥੇ ਆਪਾਂ ਸਿਆਲਾਂ 'ਚ ਜਾ ਕੇ ਸ਼ੂਟਿੰਗ ਕੀਤੀ ਆ। ਅੱਛਾ। ਤਾਂ ਉੱਥੇ ਕਈ ਵਾਰੀ ਕੀ ਹੋ ਜਾਂਦਾ ਸੀ, ਕਿੰਨੇ ਹੀ ਸੀਨ 'ਚ ਟੈਂਪਰੇਚਰ ਜਿਹੜਾ ਤੁਸੀਂ ਟ੍ਰੇਲਰ 'ਚ ਨਹੀਂ ਦੇਖ ਪਾਉਂਦੇ ਪਏ ਪਰ ਟੈਂਪਰੇਚਰ ਚੱਲਦਾ ਪਿਆ -10। ਓ ਮਾਈ ਗॉड। ਤਾਂ -10 'ਚ ਜੇ ਹਵਾ ਤੁਰ ਪਈ ਤਾਂ ਫਿਰ ਉਹਦੇ ਕਾਰਨ ਫੀਲ ਜਿਹੜੀ ਆ ਉਹ -20 ਦੀ ਆ। ਫਿਰ ਉਹਦੇ 'ਚ ਕਈ ਵਾਰੀ ਹੁੰਦਾ ਸੀ ਕਿਉਂਕਿ ਹਿਸਟੋਰੀਕਲੀ ਤੁਹਾਨੂੰ ਕਰੈਕਟ ਰਹਿਣਾ, ਤਾਂ ਉਹਦੇ 'ਚ ਕੈਰੈਕਟਰ ਨੇ ਕੋਟ ਨਹੀਂ ਪਾਇਆ, ਸਿਰਫ ਇੱਕ ਸ਼ਰਟ ਪਾਈ ਹੈ ਜਿਹਦੇ 2 ਬਟਨ ਖੁੱਲੇ ਆ। ਲੇਕਿਨ ਮੈਂ ਤੁਹਾਨੂੰ ਮੈਕਸਿਮਮ ਕੈਰੈਕਟਰਸ 'ਚ ਕੋਟ ਪਾਏ ਦੇਖਿਆ ਹੈ। ਉਹ ਤਾਂ ਟ੍ਰੇਲਰ ਹੈ ਨਾ 2 ਮਿੰਟ ਦਾ, ਹਜੇ ਤਾਂ 2 ਘੰਟੇ ਦੀ ਫਿਲਮ ਦੇਖਣੀ ਤੁਸੀਂ। ਓਕੇ। ਤਾਂ ਉਹਦੇ 'ਚ ਤੁਹਾਨੂੰ ਬਹੁਤ ਕੁਝ ਦਿਖੂਗਾ। ਤਾਂ ਉਹ ਜਦੋਂ ਸ਼ੂਟ ਕਰਨੇ ਹੁੰਦੇ ਸੀ ਨਾ ਮੂਮੈਂਟ ਜਿੱਥੇ ਬਰਫ਼ ਪੈਂਦੀ ਪਈ ਆ, ਪਰ ਤੁਹਾਨੂੰ ਤੁਸੀਂ ਯੂ ਕਾਂਟ ਵੇਅਰ ਅ ਕੋਟ, ਯੂ ਕਾਂਟ ਵੇਅਰ 3-4 ਲੇਅਰ ਕੱਪੜਿਆਂ ਤੇ ਨਹੀਂ ਪਾ ਸਕਦੇ। ਨਾਲੇ ਆਪਾਂ ਆਏ ਆ ਇੰਡੀਆ ਤੋਂ, ਉੱਪਰੋਂ ਇੰਡੀਆ ਤੋਂ ਵੀ ਮੈਂ ਬੰਬੇ ਤੋਂ, ਜਿੱਥੇ ਠੰਡ ਹੁੰਦੀ ਨਹੀਂ ਹੈ, ਜਿਹੜਾ ਟੈਂਪਰੇਚਰ ਥੋੜਾ ਜਿਹਾ 2-3 ਡਿਗਰੀ ਥੱਲੇ ਗਿਆ ਤਾਂ ਆਪਾਂ ਕੋਟ ਪਾ ਲੈਂਦੇ ਹਾਂ। ਉੱਪਰੋਂ ਤੁਸੀਂ ਹੁਸ਼ਿਆਰਪੁਰ ਤੋਂ, ਰਾਈਟ? ਹੁਸ਼ਿਆਰਪੁਰ ਤੋਂ, ਹਾਂਜੀ। ਮੈਂ ਵੀ ਹੁਸ਼ਿਆਰਪੁਰ ਤੋਂ। ਤੇ ਉੱਥੇ ਉਹ ਜਿਹੜੇ ਟੈਂਪਰੇਚਰ ਫਲਕਚੁਏਸ਼ਨ ਹੁੰਦੇ ਸੀ, ਠੰਡ 'ਚ ਜਾ ਕੇ ਸ਼ੂਟਿੰਗ ਕਰਨੀ, ਬਹੁਤ ਸਾਰੀ ਸ਼ੂਟਿੰਗ ਆਪਾਂ ਬਰਫ਼ 'ਚ ਕੀਤੀ ਆ। ਉਹ ਜਿਹੜੇ ਟੈਂਪਰੇਚਰ ਜਿਹੜੇ ਹੁੰਦੇ ਸੀ ਕਈ ਵਾਰੀ ਬਹੁਤ ਚੈਲੰਜਿੰਗ ਹੋ ਜਾਂਦਾ ਸੀ ਕਿ ਇੱਕ ਬੇਸਿਕ ਤੁਹਾਨੂੰ ਸ਼ੂਟਿੰਗ ਕਰਨੀ ਨਾ, ਉਹ ਕਈ ਵਾਰੀ ਪਾਣੀ ਠੰਡਾ ਹੋ ਪਾ, ਉਹ ਫਰੀਜ਼ ਹੋ ਗਿਆ ਆ ਪਾਣੀ ਜਿਹੜਾ ਨਾਲ ਹੁੰਦਾ ਸੀ। ਤੇ ਕਾਫੀ ਉਦਾਂ ਚੈਲੰਜਸ ਆਪਣੇ ਉਹਦੇ ਸੀਗੇ, ਉਸ ਲੋਕੇਸ਼ਨ ਦੇ ਆਪਣੇ ਚੈਲੰਜਸ ਹੁੰਦੇ ਸੀ। ਤੇ ਵਿਕੀ ਇੱਕ ਸਵਾਲ ਹੋਰ, ਤੁਹਾਡੀ ਐਕਟਿੰਗ 'ਚ ਨੇ ਇੰਟੈਂਸਿਟੀ ਆ ਕਿੱਥੋਂ ਜਾਂਦੀ ਹੈ ਬੌਸ? ਮਤਲਬ ਟ੍ਰੇਲਰ 'ਚ ਹਰ ਕੋਈ ਦੇਖ ਕੇ ਕਹਿ ਰਿਹਾ ਭਾਈ ਬੰਦੇ ਨੇ ਜਾਨ ਪਾਤੀ ਸੱਚੀ।
ਪਤਾ ਨਹੀਂ ਕਿੱਥੋਂ ਆ ਜਾਂਦੀ ਹੈ, ਪਰ ਜਿੱਥੋਂ ਵੀ ਆਉਂਦੀ ਆ ਆਂਦੀ ਰਵੇ ਬਸ। ਨਹੀਂ ਫਿਰ ਚਾਹੇ ਉਰੀ ਦੀ ਗੱਲ ਕੀਤੀ ਜਾਵੇ, ਇਸ ਫਿਲਮ ਦੀ ਗੱਲ ਕੀਤੀ ਜਾਵੇ, ਆਈ ਮੀਨ ਟ੍ਰੇਲਰ ਬਿਲਕੁਲ ਤੁਸੀਂ ਕਿਹਾ ਜਿਵੇਂ ਕਿ ਇਸ ਤੇ ਫਿਲਮ ਬਣਨੀ ਬਹੁਤ ਜ਼ਰੂਰੀ ਸੀ, ਸਾਡੇ ਪੂਰੇ ਦੇਸ਼ ਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ, ਸਰਦਾਰ ਊਧਮ ਸਿੰਘ ਦੇ ਸੈਕਰੀਫਾਈਸ ਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ, ਇੱਕ ਕ੍ਰਾਂਤੀਕਾਰੀ ਦੇ ਸੈਕਰੀਫਾਈਸ ਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ। ਸੋ ਕਿਤੇ ਨਾ ਕਿਤੇ ਬਹੁਤ ਮਾਇਨੇ, ਬਹੁਤ ਮੈਟਰ ਕਰਦਾ ਹੈ ਕਿ ਜੋ ਇਸ ਕਿਰਦਾਰ ਨੂੰ ਨਿਭਾ ਰਿਹਾ ਹੈ ਉਹਨਾਂ ਦੀ एक्टिंग च कितनी इंटेंसिटी हैगी है, राइट? कितना समझते हैं वो जलियांवाला का दर्द है जो, वो शहीद भगत सिंह को कितना समझते हैं। बिल्कुल सरदार ऊधम सिंह का जो इवेंट है, बिल्कुल छोटा सा इवेंट है बिल्कुल जो लंदन में हुआ था, जो असैसिनेट किया था, जी। लेकिन वो छोटा सा इवेंट हमारे पूरे देश के आज़ादी में राइट बहुत बड़ा एक मायने रखता है, बिल्कुल बिल्कुल जिसको हमें नहीं भूलना चाहिए। बिल्कुल तो आई थिंक इस इंटेंसिटी को विकी समझ पाया और यही इंटेंसिटी जो आपको दिख रहा है। ਇਸ ਫਿਲਮ ਦੇ ਨਾ ਜਿਵੇਂ ਤੁਸੀਂ ਪੀਕੂ ਔਰ ਪਿੰਕ ਦੀ ਗੱਲ ਕੀਤੀ ਜਾਵੇ, ਹੋਰ ਵੀ ਜਿੰਨੀ ਫਿਲਮ ਅਕਤੂਬਰ ਆਈ ਸੀ ਤੁਹਾਡੀ ਫਿਲਮ ਗੁਲਾਬੋ ਸਦਾਬੋ, ਹਰ ਇੱਕ ਫਿਲਮ ਅਲੱਗ-ਅਲੱਗ ਜ਼ੋਨਰ ਦੀ ਹੁੰਦੀ ਹੈ। ਆਈ ਮੀਨ ਹੈਟਸ ਆਫ ਟੂ ਯੂ, ਤੁਹਾਡੀ ਹਰ ਫਿਲਮ ਮੇਰੀ ਸੁਪਰ ਡੁਪਰ ਹਿੱਟ ਸਾਬਿਤ ਤਾਂ ਹੁੰਦੀ ਹੈ ਔਰ ਮੇਰੀ ਫੇਵਰੇਟ ਬਣ ਜਾਂਦੀ ਹੈ। ਸੋ ਜਿਸ ਤਰੀਕੇ ਦੇ ਨਾਲ ਅਕਤੂਬਰ 'ਚ ਵੀ ਬਨਿਤਾ ਸੰਧੂ ਸੀ, ਇਸ ਫਿਲਮ 'ਚ ਵੀ ਬਨਿਤਾ ਸੰਧੂ ਹੈ। ਜੀ ਜੀ ਜੀ। ਪਲੱਸ ਇਸ ਫਿਲਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਤੁਹਾਡੇ ਤੇ ਕਿਤੇ ਨਾ ਕਿਤੇ ਕ੍ਰੀਏਟਿਵ ਰਿਸਪੌਂਸਿਬਿਲਿਟੀ ਤੋਂ ਇਲਾਵਾ ਹਿਸਟਰੀ ਔਰ ਫਰੀडम फाइटर ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ जी। ਸੋ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ सरदार ऊधम का जो के बारे में जितनी जानकारी है राइट वो बहुत कम है, एग्जैक्टली क्योंकि हमको मालूम है कि उन्होंने माइकल ओडॉयर को गोली मारी Right. और फिर वहाँ जेल गए और 3 महीने में उनकी फांसी हो गई। इसके अलावा हमको ज़्यादा मालूम नहीं है। True. 1920 में जलियांवाला के दिन वो कहाँ थे, दिन को थे कि रात को थे, यू नो, उसके बाद वो कहाँ काम करते थे। ट्रू इतना मालूम है कि वो गदर पार्टी में अमेरिका में गए थे, जी पूरी दुनिया घूम चुके थे, राइट और उनके अंदर कुछ एक था, जज्बा था, हाँ जी उनके अंदर कुछ एक दर्द था। ट्रू तो हम लोगों ने ऐसे सारी जो जो इवेंट्स हैं उनको जोड़ के एक समझदारी के साथ, और सबसे बड़ी समझदारी मैं खुद भी हूँ कि मैं कैसा इंसान हूँ, राइट मैं क्या एज ए डायरेक्टर, मैं क्या मेरे में जिम्मेवारी है, वो भी बहुत इम्पोर्टेंट हो गया। बहुत जरूरी हो गया। तो आई थिंक वो सब मिला के इस चीज़ को उसी जिस जिम्मेवारी की बात कर रहे हैं देखते हुए सोचते हुए किया गया है। ਤੇ ਇਹ ਫਿਲਮ ਨੂੰ ਬਣਾਉਣ ਨੂੰ ਪ੍ਰੋਡਿਊਸਰ ਸਾਹਿਬ 2 ਡਿਕੇਡਸ ਦੇ ਤੋਂ ਲਗਾਤਾਰ ਗੱਲਬਾਤ ਚੱਲ ਰਹੀ ਸੀਗੀ 2 डिकेड, हाँ 20-21 साल लग गए पहले जब आइडिया कि अच्छा। ऐसी एक फिल्म बनानी है। राइट ऐसा नहीं है कि तभी हमने सोचा था कि हम सरदार ऊधम सिंह पे ही बनाएंगे फिल्म। जी आइडिया था जलियांवाला बाग, राइट कि ये जो एक ट्रेजिडी है ये लोगों को याद दिलाना, राइट क्योंकि इसके पीछे 2 रीजंस थे। राइट एक था कि पहले तो हमारे देश वाले लेट अस नॉट फॉरगेट जो हुआ है हमारे साथ, क्योंकि आज के डेट में अगर आप यूथ को देखो तो उनके लिए फ्रीडम का क्या मायना है। 15 अगस्त को घर पे बैठते हैं, एक झंडा हाथ में रखते हैं, टीवी में परेड देखते हैं, उसके बाद बोलते हैं चलो आज छुट्टी है, और तो कुछ है नहीं। फ्रीडम का मीनिंग उनके लिए यही है। बिल्कुल सही कह रहे हो। इस फ्रीडम को लेने के लिए 90 साल जो इंडियंस ने स्ट्रगल किया, कितने लोगों शहीद हुए हैं, वो कहानी पहला था कि अपने देश वाले ना भूले। उसके बाद सेकंड और इम्पोर्टेंट था कि उसके बाद है कि दुनिया ना भूले ऐसी चीज़ हुई थी। बिल्कुल सो ये रिस्पॉन्सिबिलिटी था, तो 20 साल लग ही गए इसको सोचते सोचते कि कैसे बनाए, एंड राइट टाइम पे अभी आई थिंक बना पाए हैं। बिल्कुल। मर्डर को प्रोटेस्ट मानेगा या प्रोटेस्ट को मर्डर मानेगा, आपका ब्रिटिश लॉ ये डायलॉग है ना? करेक्ट, एकदम बिल्कुल। देखिए मैं भी थोड़ा बहुत डायलॉग बोल देनी है। सो ये डायलॉग जो है जान पा रहे हैं फिल्म के अंदर, हर एक डायलॉग जो है जान पा रहे हैं। सो किते ना किते एक बार हो जाए और किस तरीके से ना मर्डर को प्रोटेस्ट मानेगा या प्रोटेस्ट को मर्डर मानेगा, आपका ब्रिटिश लॉ। ਵਾਓ ਜਿੰਨੀ ਵੀ ਫਿਲਮਾਂ ਤੁਹਾਡੀ ਹੁੰਦੀਆਂ ਅਲੱਗ ਜ਼ੋਨਰ ਦੀਆਂ ਹੁੰਦੀਆਂ, ਔਰ ਇਸ ਫਿਲਮ ਦੇ ਲਈ ਕਾਫੀ ਚੈਲੰਜਿੰਗ ਸੀਗਾ ਇਹ ਵਾਲਾ ਜੋ ਫਿਲਮ ਲੈਣਾ। ਸੋ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਤੁਸੀਂ ਇੱਕ ਵਾਰ ਕਹਿ ਸਕਦੇ ਹੋ ਨਾ ਕਿ ਤੁਹਾਨੂੰ ਲੱਗਿਆ ਨਹੀਂ ਕਿ ਮੈਂ ਬਹੁਤ ਵੱਡਾ ਚੈਲੰਜ ਲੈਣ ਜਾ ਰਿਹਾ, ਤੁਹਾਡੇ ਅੰਦਰ ਇਹ ਫੀਲ ਤਾਂ ਜ਼ਰੂਰ ਆਈ ਹੋਏਗੀ। बिल्कुल सही कहा कि ऐसा फीलिंग हैगा बिल्कुल, बट मनु एक चीज़ आपको दस दें बिल्कुल कि दसिए। मनु असी जो है दिल के अंदर पंजाब हैगा, ਦਿਲ ਦੇ ਅੰਦਰ ਪੰਜਾਬ ਹੈਗਾ। पंजाब हैगा, ਦੈਟ ਇਜ਼ ਵਾਟ। ओके। एंड मैं असी एक शहीद भगत सिंह नू फैन बॉय है।
शायद अमोल पराशर बना रहे हैं ना, हैगी ना film भगत सिंह। बहुत पंजाबी, मैं सारे जो दोस्त हैं उनको सब बता दूं कि मेरा कॉलेज भी था शहीद भगत सिंह कॉलेज। ओह वाओ, सो मैं तब से उसका फैन बॉय हूँ। ओके। तो ये जो जिम्मेवारी है ना, मैं बिल्कुल समझता हूँ, मैं समझता हूँ बिल्कुल। तो इसीलिए मेरे अंदर अगर वो पंजाबियत नहीं होगा ना, बिल्कुल। वो समझ नहीं पाऊंगा। बिल्कुल। तो और मैं विक्की के जब जो बोला, मैं उसके आगे बता दूं कि जलियांवाला बाग हम भूल नहीं सकते। बिल्कुल नहीं भूल सकते। लोग भूल जाते हैं। पंजाब में भी मैंने बहुत, मैं 19 जब छोटा कॉलेज था तब से मैं जलियांवाला जाता हूँ, और हर 1 साल 2 साल के अंदर जाता हूँ। मैं वहाँ बैठता हूँ। मतलब आप फील करते हैं वो चीज जो वहाँ पे हुई है, आप उसको हाँ। फील करते हैं। कहीं ना कहीं तभी आपकी रूट्स में था कि आप कोई फिल्म बना आप जलियांवाला जाके फील नहीं कर सकते, ऐसा नहीं हो सकता। एग्जैक्टली। अगर वो नहीं कर सकते तो आपको प्रॉब्लम है कोई। मैं देखता हूँ बहुत चाहते हैं लोग आजकल भी वहाँ पिकनिक मना के घर आ जाते हैं। वेरी ट्रू, वेरी ट्रू। वो मुझे लगता है कि वो पिकनिक नहीं है, वहाँ शांत रहना चाहिए। वहाँ पे एक पीसफुल जाके हमको हर समय वहाँ याद रखना चाहिए, और जलियांवाला बाग में हमको सबको श्रद्धांजलि देना चाहिए कि उन्होंने सैक्रिफाइस किया है। बिल्कुल बिल्कुल। तो ये जिम्मेवारी है मेरे में, मैं सोचता हूँ, और हमने पूरी कोशिश की, हम सब ने, कि इसको फिल्म में हम लोग दिखाएं। बिल्कुल पूरी कोशिश ਕੀਤੀ ਫਿਲਮ ਦਿਖਾ, ਔਰ ਵਾਕਈ ਜਿਸ ਤਰੀਕੇ ਦੀ ਤੁਸੀਂ ਅਲੱਗ ਜੋਨਾਂ ਦੀ ਫਿਲਮਾਂ ਬਣਾ ਰਹੇ ਹੋ, ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਥੋੜਾ ਚੇਂਜ ਕੀਤਾ ਹੈ ਸੁਜੀਤ ਜੀ, ਜੋ ਫਿਲਮਾਂ ਦਾ ਜਿਹੜਾ ਟ੍ਰੈਂਡ ਹੈ ਤੁਸੀਂ ਉਹਨਾਂ ਨੂੰ ਨਾ ਮਤਲਬ ਫੈਕਟਸ, ਕ੍ਰੀਏਟਿਵ ਇੰਟੈਲੈਕਟ ਔਰ ਸਟੋਰੀ ਪ੍ਰੋ ਬਣਾਇਆ। ਕਿਤੇ ਨਾ ਕਿਤੇ ਤੁਹਾਡੇ ਲਈ ਰਿਸਕ ਤਾਂ ਨਹੀਂ ਸਾਬਿਤ ਹੋ ਸਕਦਾ? ਆਈ ਮੀਨ ਤੁਸੀਂ ਇੱਕ ਤਰ੍ਹਾਂ ਨਾਲ ਇੱਕ ਟ੍ਰੈਂਡ ਤੋੜਨ ਦੀ ਕੋਸ਼ਿਸ਼ ਕੀਤੀ ਹੈ। दैट इज रियली वेरी नाइस। आई थिंक सिनेमा जो है आपकी सोच होती है, बिल्कुल आपकी इमेजिनेशन भी होती है। बिल्कुल। तो फिर वो क्रिएटिवली आपकी इमेजिनेशन अगर नहीं होगी, बिल्कुल आपके अंदर का दिल का एक टुकड़ा नहीं होगा, तो आप क्या देखेंगे? फिर तो आप किताब भी पढ़ सकते हैं और कुछ सकते हैं। वेरी ट्रू। सिनेमा में वो आना चाहिए, ਆਣਾ ਚਾਹੀਦਾ ਹੈ। ਔਰ ਤੁਸੀਂ ਪੰਜਾਬੀ ਬੋਲ ਰਹੇ, ਮੈਨੂੰ ਬੜਾ ਚੰਗਾ ਲੱਗ ਰਿਹਾ। ਔਰ ਵਿਕੀ ਜੀ ਤੁਸੀਂ ਤਾਂ ਕਮਾਲ ਹੀ ਕਰਦਾ ਹੈ, ਮਤਲਬ ਤੁਹਾਡੀ ਹਰ ਫਿਲਮ ਨੇ ਧਮਾਲ ਮਚਾ ਦਿੱਤਾ ਹੈ। ਹੁਣ ਪੰਜਾਬੀ ਦੀ ਜੋ ਕਿ ਗੱਲ ਹੋ ਰਹੀ ਹੈ, ਤੇ ਜਾਂਦੇ ਜਾਂਦੇ ਇੱਕ ਪੰਜਾਬੀ ਸਲੈਂਗ ਹੋ ਜਾ ਵਿਕੀ। ਸਪੋਜ਼ ਅੱਜ ਕੱਲ੍ਹ ਸਲੈਂਗ ਬਹੁਤ ਜ਼ਿਆਦਾ ਚੱਲ ਰਿਹਾ ਨਾ, ਜਿਵੇਂ ਕਿ ਗੱਭਰੂ ਔਰ 3 ਸਲੈਂਗ ਮੈਂ ਤੁਹਾਨੂੰ ਦੇ ਰਹੀ ਹਾਂ, ਸਵੈਗ, ਗੱਭਰੂ ਤੇ ਕੈਂਟ। ਤੁਸੀਂ ਆਪਣੇ ਡਾਇਰੈਕਟਰ ਸਾਹਿਬ ਨੂੰ ਕੀ ਕਹੋਗੇ, ਸਵੈਗੀ, ਗੱਭਰੂ ਜਾਂ ਕੈਂਟ, ਤਿੰਨਾਂ ਚੋਂ ਕੀ? ਘੈਂਟ ਆ, ਬਿਲकुल ਘੈਂਟ ਆ, ਬਿਲकुल एकदम ਘੈਂਟ ਆ। और सुजीत जी तुसी की कहोगे, स्वैगी, गबरू या कैंट? मुझे तीनों ही मालूम नहीं है क्या है तीनों। स्वैग यू नो, स्वैगी यू नो, स्वैगी। गबरू मींस गबरू पंजाब दा, एंड कैंट मीन कैंट एकदम। नहीं, मैं बोलेंगे कि ये बहुत अच्छा बच्चा है। अच्छा बच्चा आएगा यानी कि कैंट। एंड ਬੀਬਾ ਅੱਛਾ ਹੈ, ਬੀਬਾ ਮੁੰਡਾ। एंड प्रोड्यूसर साहब तुसी? ਇਹ ਤਾਂ ਕੈਂਟ ਹੈ। ਇਹਦੇ ਕੈਂਟ ਹੈ। ਅੱਛਾ ਹੁਣ ਅਸੀਂ ਜਾ ਰਹੇ ਹਾਂ ਜੋ ਕਿ ਵਿਕੀ ਸਾਹਿਬ ਜੀ, ਤੇ ਤੁਸੀਂ ਮੈਂ ਵੀ ਪੰਜਾਬ ਤੋਂ, ਹੁਸ਼ਿਆਰਪੁਰ ਤੋਂ, ਵੀ ਆ ਵੈਰੀ ਮੈਨੀ ਥਿੰਗਸ ਇਨ ਕਾਮਨ। ਹੁਸ਼ਿਆਰਪੁਰੋਂ? ਹੁਸ਼ਿਆਰਪੁਰ ਸ਼ੇਰਗੜ੍ਹ ਤੋਂ। ਓ ਨਾਨਕੇ। ਸੋ ਆਈ ਵਾਸ ਜਸਟ ਆਸਕਿੰਗ ਕਿ ਹੁਣ ਡਾਇਰੈਕਟਰ ਸਾਹਿਬ ਨੇ ਇੰਨੀ ਅੱਛੀ ਫਿਲਮ ਬਣਾਈ ਹੈ, ਤੁਸੀਂ ਇੰਨੀ ਅੱਛੀ ਐਕਟਿੰਗ ਕਰਦੇ ਹੀ ਆ ਰਹੇ ਹੋ, ਐਂਡ ਤੁਸੀਂ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਪੂਰੀ ਇੰਡਸਟਰੀ 'ਚ, ਪੂਰੀ ਦੁਨੀਆ 'ਚ, ਐਂਡ ਐਵਰੀਵਨ ਇਜ਼ ਲਾਈਕ ਸ਼ੌਕ ਬਾय ਮਤਲਬ ਵਾਚਿੰਗ ਦ ਟ੍ਰੇਲਰ। ਸੋ ਵਿਕੀ ਸਾਹਿਬ ਜੀ, ਤੁਸੀਂ ਹੁਣ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਇੱਥੋਂ ਨਿਕਲਾਂਗੇ, ਤਾਂ ਡਾਇਰੈਕਟਰ ਸਾਹਿਬ ਨੂੰ ਤੁਸੀਂ ਪੰਜਾਬੀ 'ਚ ਕੀ ਲੱਸੀ ਪਾਉਣਾ ਪਸੰਦ ਕਰੋਗੇ, ਜਾਂ ਫਿਰ ਕੋਈ ਅੱਛਾ ਜਿਹਾ ਪੰਜਾਬੀ ਫੂਡ ਖਿਲਾਉਣਾ ਪਸੰਦ ਕਰੋਗੇ? ਮੇਰੇ ਡਾਇਰੈਕਟਰ ਜਿਹੜੇ ਆ ਇਹ ਬਲੈਕ ਟੀ ਵਾਲੇ ਆ। ਓ ਮਾਈ ਗॉड, ਇਹ ਬਲੈਕ ਟੀ ਨੇ ਦੁੱਧ ਲੱਸੀ ਘੱਟ ਹੀ ਪੀਂਦੇ ਆ, ਇਹ ਬਲੈਕ ਟੀ ਵਾਲੇ ਆ। नहीं, मैं पंजाब अमृतसर ਦਾ ਰਾਜਮਾ ਚਾਵਲ मुझे ਹਾਂ, ਪਰ ਇਹ ਹੈ ਵੈਜੀਟੇਰੀਅਨ ਹੈ ਤਾਂ ਇਹ ਰਾਜਮਾ ਚਾਵਲ ਪੂਰਾ ਦੇਸੀ ਪੰਜਾਬੀ ਖਾਣਾ ਹੀ ਹੁੰਦਾ ਹਮੇਸ਼ਾ। ਹਮੇਸ਼ਾ ਪੰਜਾਬੀ ਖਾਣਾ। ਤੇ ਤੁਹਾਡਾ ਫੇਵਰਿਟ ਕਿਹੜਾ ਹੈ? ਮੇਰਾ ਦੇਖੋ, ਮਾਂ ਦੀ ਦਾਲ ਮਿਲ ਜਾਏ ਪੰਜਾਬ ਦੀ। ਮੈਂ ਜਦੋਂ ਵੀ ਪੰਜਾਬ ਜਾਣਾ ਜਾਂ ਕਿਤੇ ਵੀ, ਤਾਂ ਇੱਕ ਮੇਰਾ ਆਰਡਰ ਹੁੰਦਾ ਘਰੋਂ ਕਿ ਪੰਜਾਬ ਤੋਂ ਮਾਂ ਦੀ ਦਾਲ ਜ਼ਰੂਰ ਲੈ ਕੇ ਆਓ। ਪੰਜਾਬ ਆਫਨ ਤੁਸੀਂ ਜਾਂਦੇ ਰਹਿੰਦੇ ਹੋ? ਮੇਰਾ ਪਿੰਡ ਹੁਸ਼ਿਆਰਪੁਰ ਆ, ਤੇ ਮੇਰਾ ਐਕਚੁਅਲੀ ਮੈਂ 33 ਸਾਲਾਂ ਦਾ ਆ। 33 ਸਾਲਾਂ ਚ ਇੱਕ ਸਾਲ ਇਦਾਂ ਨਹੀਂ ਗਿਆ ਕਿ ਮੈਂ ਪਿੰਡ ਨਹੀਂ ਗਿਆ ਹਾਂ। ਹਰ ਸਾਲ ਪਿੰਡ ਗਿਆ। ਵੈਰੀ ਨਾਈਸ। ਔਰ ਤੁਹਾਡੀ ਫੇਵਰਿਟ ਡਿਸ਼ ਮਾਂ ਦੀ ਦਾਲ ਹੈਗੀ ਹੈ? ਮਾਂ ਦੀ ਦਾਲ। ਤੇ ਪੰਜਾਬੀ ਫਿਲਮਾਂ 'ਚ, ਕਿਉਂਕਿ ਮੈਂ ਹੁਣ ਆਈ ਆ ਤੁਹਾਡੇ ਤੋਂ ਪੁੱਛਣ ਬੀਟੀ ਸੀ ਪੰਜਾਬੀ, ਤੇ ਤੁਸੀਂ ਪੰਜਾਬੀ ਫਿਲਮਾਂ 'ਚ ਐਕਟਿੰਗ ਕਰ ਸਕਦੇ ਹੋ? ਅੱਗੇ ਅਸੀਂ ਦੇਖ ਸਕਦੇ ਹਾਂ, ਕਿਉਂਕਿ ਤੁਸੀਂ ਸੋਸ਼ਲ ਸਾਈਟ ਤੇ ਨਾ ਮੈਂ ਤੁਹਾਡੀ ਵੀਡੀਓਜ਼ ਦੇਖਦੀ ਆ, ਮੇਰਾ ਸ਼ੋਅ ਜਾਂਦਾ ਹੈ। ਮੈਨੂੰ ਆਫਰ ਹੀ ਨਹੀਂ ਹੋਈ ਕੋਈ ਪੰਜਾਬੀ ਫਿਲਮ। ਅਰੇ ਜਲਦ ਹੋਏਗੀ, ਸਾਡਾ ਸ਼ੋਅ ਜਾਂਦਾ ਹੈ, ਉਹਦੇ 'ਚ ਅਸੀਂ ਤੁਹਾਡੀ ਵੀਡੀਓਜ਼ ਦੇਖਦੇ ਹਾਂ ਜੇ ਤੁਸੀਂ ਪੰਜਾਬੀ ਗਾਣੇ ਗਾ ਰਹੇ ਹੁੰਦੇ ਹੋ। ਬਸ ਜਾਂਦੇ ਜਾਂਦੇ ਤੁਸੀਂ ਇੱਕ ਪੰਜਾਬੀ ਗਾਣਾ ਹੋ ਜਾਏ, ਸਾਡੇ ਦਰਸ਼ਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਦੇਖੋ, ਮੈਂ ਨਾ ਪੰਜਾਬੀ ਗਾਣਿਆਂ ਦੀ ਲਿਪਸਿੰਗ ਕਰਦਾ, ਮੈਂ ਗਾਣਾ ਗਾ ਨਹੀਂ ਸਕਦਾ।
ਸਕਦਾ ਅੱਛਾ ਮੈਂ ਬਿਲਕੁਲ ਗਾ ਨਹੀਂ ਸਕਦਾ ਜਿੱਦਾਂ ਤੁਸੀਂ ਕੀਤਾ ਮੈਂਸ਼ਨ ਮੈਂ ਇੰਟੈਂਸ ਬੰਦਾ ਆ ਮੈਂ ਗਾਣਾ ਗਾਉਂਗਾ ਤਾਂ ਬਿਲਕੁਲ ਉਹ ਗਾਣਾ ਹੀ ਕੁਝ ਹੋਰ ਸਾਊਂਡ ਕਰੂਗਾ ਗਾਣਾ ਕੁਝ ਹੋਰ ਮੈਂ ਸਾਊਂਡ ਲਿਪ ਸਿੰਗ ਕਰ ਸਕਦਾ ਉਹ ਮੈਂ ਸੋਸ਼ਲ ਮੀਡੀਆ ਤੇ ਕਰਤਾ ਰਹੂੰਗਾ ਉਹ ਕਰਦੇ ਰਹੋਗੇ ਅੱਗੇ ਵੀ ਅਸੀਂ ਤੁਹਾਡੀ ਵੀਡੀਓਜ਼ ਦੇਖਦੇ ਰਹਾਂਗੇ ਔਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਤੁਸੀਂ ਪੰਜਾਬੀ ਫਿਲਮਾਂ 'ਚ ਵੀ ਨਜ਼ਰ ਆ ਸਕਦੇ ਹੋ ਰਾਈਟ ਬਹੁਤ ਬਹੁਤ ਧੰਨਵਾਦ ਤੁਸੀਂ ਪੀਟੀਸੀ ਸ਼ੋਕੇ ਸਾਡੇ ਖਾਸ ਸ਼ੋਅ 'ਚ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਰੂਬਰੂ ਹੋਏ ਔਰ ਉਮੀਦ ਕਰਦੇ ਹਾਂ ਤੁਹਾਡੀ ਇਹ ਫਿਲਮ ਵੀ ਹਰ ਫਿਲਮ ਵਾਂਗ ਸੁਪਰ ਡੁਪਰ ਹਿੱਟ ਸਾਬਿਤ ਹੋਏ ਥੈਂਕ ਯੂ ਸੋ ਮਚ ਟੂ ਦ ਹੋਲ ਸਟਾਫ Thank you. ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ